ਠਾਗ ਨਾ ਪਾਏ। ਮੰਨੈ ਪਤ ਸਿਉ ਪ੍ਰਗਟ ਜਾਏ। ਮੰਨੈ ਮਗ ਨ ਚੱਲੈ ਪੰਥ। ਮੰਨੈ ਧਰਮ ਸਿਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ। ਜਪਜੀ ਸਾਹਿਬ ਦੀ ਲੜੀਵਾਰ ਵਿਚਾਰ ਜੋ ਅਸੀਂ ਲਗਾਤਾਰ ਕਰ ਰਹੇ ਹਾਂ, 13 ਪੌੜੀਆਂ ਤੱਕ ਦੀ ਵਿਚਾਰ ਜਿਹੜੀ ਅਸੀਂ ਪਿਛਲੀ ਕਲਾਸ ਤੱਕ ਕੀਤੀ ਹੈ। ਅੱਜ 14ਵੀਂ ਪੌੜੀ ਜਿਹੜੀ ਹੈ ਉਹ ਹੁਣੇ ਤੁਸੀਂ ਸੁਣਿਆ, ਜਿਹੜੀ 14 ਪੌੜੀ ਨੰਬਰ ਪੌੜੀ ਦਾ ਜਿਹੜਾ ਪਾਠ, ਔਰ ਇਹਦੀ ਵਿਚਾਰ ਅੱਜ ਸਾਂਝੀ ਕਰਾਂਗੇ। ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੀ ਜਿਹੜੀ ਸ਼ੁਰੂਆਤ ਤੋਂ ਅਸੀਂ ਸਮਝਦੇ ਆ ਰਹੇ ਹਾਂ ਕਿ ਕਿਸ ਤਰ੍ਹਾਂ ਇੱਕ ਪੌੜੀਆਂ ਦੇ ਰੂਪ ਦੇ ਵਿੱਚ ਹੈਗੀ, ਔਰ ਪੌੜੀਆਂ ਦਾ ਮਤਲਬ ਅਸੀਂ ਸਮਝਦੇ ਹਾਂ ਕਿ ਸਟੈਪ, ਘਰਾਂ ਦੀ ਪੌੜੀਆਂ ਹੁੰਦੀਆਂ, ਔਰ ਜਦੋਂ ਇੱਕ ਪੌੜੀ ਚੜ੍ਹਦਾ ਹੈ ਉਸ ਤੋਂ ਬਾਅਦ ਜਦੋਂ ਦੂਸਰੀ ਪੌੜੀ ਚੜ੍ਹਦਾ ਤੇ ਪਹਿਲੀ ਪੌੜੀ ਤੋਂ ਉਹਦੀ ਉਹ ਥੋੜ੍ਹੀ ਹਾਈਟ 'ਤੇ ਹੁੰਦਾ, ਉੱਚੀ ਅਵਸਥਾ 'ਚ ਹੁੰਦਾ। ਸੋ ਸਾਰੀਆਂ ਪੌੜੀਆਂ ਅਸੀਂ ਜਦੋਂ ਮਿਲਾ ਕੇ ਦੇਖਾਂਗੇ ਨਾ, ਤਾਂ ਇੱਕ ਪੌੜੀ ਦੇ ਨਾਲ ਦੂਜੀ ਪੌੜੀ ਜੁੜੀ ਹੁੰਦੀ ਹੈ। ਪਹਿਲੀ ਗੱਲ ਤਾਂ ਇਹ ਹੁੰਦੀ ਹੈ, ਪੌੜੀਆਂ ਦੀ ਖਾਸੀਅਤ ਹੁੰਦੀ ਕਿ ਜਿੱਥੇ ਇੱਕ ਪੌੜੀ ਖਤਮ ਹੁੰਦੀ ਹੈ ਉੱਥੋਂ ਹੀ ਦੂਜੀ ਪੌੜੀ ਸ਼ੁਰੂ ਹੁੰਦੀ ਹੈ, ਔਰ ਅਗਲੇ ਸਟੈਪ 'ਤੇ ਜਦੋਂ ਪਹੁੰਚਦਾ ਤਾਂ ਪਹਿਲੀ ਪੌੜੀ ਤੋਂ ਉਹਦੀ ਉਹ ਉੱਚਾ ਹੁੰਦਾ। ਸੋ ਇਹਦੇ ਵਿੱਚ ਵੀ ਸਾਰੀ ਅਵਸਥਾਵਾਂ ਨੇ ਕਿ ਜਿਸ ਪੌੜੀ 'ਤੇ ਪਹਿਲੇ ਖਤਮ ਕੀਤਾ, ਉਸੀ ਅਗਲੀ ਪੌੜੀ 'ਤੇ ਉਸ ਨੂੰ ਸਮਝਦਾ ਕਿ ਉਹਦੀ ਅਵਸਥਾ ਥੋੜ੍ਹੀ ਹੋਰ ਉੱਚੀ ਹੁੰਦੀ ਹੈ। ਸੋ ਸਾਰੇ ਜਪਜੀ ਸਾਹਿਬ ਨੂੰ ਇੱਕ ਪੰਕਤੀ ਦੇ ਆਧਾਰ 'ਤੇ ਅਸੀਂ ਸਮਝ ਰਹੇ ਹਾਂ। ਕਿਵ ਸਚਿਆਰਾ ਹੋਈਐ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਸੋ ਸਾਰੇ ਜਪਜੀ ਸਾਹਿਬ ਨੂੰ ਇਸ ਆਧਾਰ 'ਤੇ ਅਸੀਂ ਸਮਝਦੇ ਹਾਂ ਕਿ ਸਾਰੀ ਬਾਣੀ ਜਿਹੜੀ ਹੈ ਉਹ ਹੁਕਮ ਭਾਵ ਉਸ ਕੁਦਰਤ ਦਾ ਨਿਯਮ, ਉਸ ਲਾਅ ਆਫ ਨੇਚਰ ਦੇ ਉੱਤੇ ਜਿਹੜੀ ਹੈ ਸਾਰੀ ਜ਼ਿੰਦਗੀ, ਸਾਰਾ ਸਭ ਕੁਝ ਜਿਹੜਾ ਹੈ ਉਹਦੇ 'ਤੇ ਟਿਕਿਆ ਹੋਇਆ, ਔਰ ਉਹਦੇ 'ਤੇ ਚੱਲਣ ਦੀ ਗੱਲ ਕੀਤੀ ਹੈ, ਉਸ ਲਾਅਜ਼ ਆਫ ਨੇਚਰ, ਉਸ ਹੁਕਮ ਦੇ ਉੱਤੇ ਹੀ। ਔਰ ਉਸ ਹੁਕਮ ਦੇ ਜਦੋਂ ਗੱਲ ਕੀਤੀ ਹੈ ਤਾਂ ਸਭ ਤੋਂ ਪਹਿਲੇ ਜਿਹੜੀ ਹੈ ਉਸ ਹੁਕਮ ਨੂੰ ਹਰ ਪਾਸੇ ਵੇਖਦਾ ਦੇਖਣਾ, ਕਿ ਹਰ ਪਾਸੇ ਹੁਕਮ ਕਿਸ ਤਰ੍ਹਾਂ ਵਰਤ ਰਿਹਾ। ਪਹਿਲੇ ਇਹ ਜਪਜੀ ਸਾਹਿਬ ਜੀ ਸਾਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਹੁਕਮ ਵਰਤ ਰਿਹਾ ਚਾਰੋਂ ਪਾਸੇ। ਹੁਕਮੀ ਹੋਵਨ ਆਕਾਰ, ਹੁਕਮ ਨੇ ਕਿਹਾ ਜਾਈ, ਸਾਰੀ ਗੱਲ ਹੁਕਮ ਦੀ ਕੀਤੀ ਹੈ ਪਹਿਲੇ। ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ, ਇਹ ਸਾਰੀ ਹੁਕਮ ਦੀ। ਫਿਰ ਉਸ ਤੋਂ ਬਾਅਦ ਸੀ ਹੁਕਮ ਨੂੰ ਵਰਤਦਾ ਦੇਖਣਾ, ਫਿਰ ਹੁਕਮ ਨੂੰ ਸਮਝਣਾ, ਹੁਕਮ ਕੀ ਹੈ। ਉਹ ਸਾਰਾ ਸੁਣਿਆ ਦੁੱਖ ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਫਿਰ ਹੁਕਮ ਨੂੰ ਸੁਣਨਾ, ਉਸ ਹੁਕਮ ਦੀ ਆਵਾਜ਼ ਨੂੰ ਪਹਿਲੇ ਵਰਤਦੇ ਦੇਖਣਾ, ਫਿਰ ਉਸ ਨੂੰ ਸਮਝਣਾ, ਫਿਰ ਉਸ ਨੂੰ ਹੁਕਮ ਨੂੰ ਮਹਿਸੂਸ ਕਰਨਾ। ਸੁਣਿਆ ਦੁੱਖ ਪਾਪ ਕਾ ਨਾਸ, ਔਰ ਉਸ ਨੂੰ ਸੁਣ ਕੇ ਸਮਝ ਕੇ ਫਿਰ ਉਸ ਨੂੰ ਮੰਨਣ ਦੀ ਗੱਲ ਕੀਤੀ ਹੈ। ਫਿਰ 4 ਪੌੜੀਆਂ ਪਹਿਲੇ ਅਸੀਂ ਅਸੀਂ ਸਮਝੀਆਂ ਸੀ, ਫਿਰ ਉਸ ਤੋਂ ਬਾਅਦ 4 ਪੌੜੀਆਂ ਮੰਨੇ ਦੀਆਂ ਆ ਗਈਆਂ ਕਿ ਉਸ ਨੂੰ ਵਰਤਦਾ ਵੀ ਦੇਖ ਲਿਆ, ਉਹਨੂੰ ਚਾਰੇ ਪਾਸੇ ਮਹਿਸੂਸ ਵੀ ਕਰ ਲਿਆ, ਸਮਝ ਵੀ ਲਿਆ, ਸੁਣ ਵੀ ਲਿਆ, ਹੁਣ ਉਹਦੇ 'ਤੇ ਇੰਪਲੀਮੈਂਟ ਕਰਨਾ, ਉਸ ਨੂੰ ਮੰਨਣਾ। ਔਰ ਇਹਦੇ ਵਿੱਚ ਵੀ ਅਸੀਂ ਜਦੋਂ ਖਾਸ ਇਹਦਾ ਥੋੜ੍ਹਾ ਜਿਹਾ ਜਿਹੜੀ ਮਾਤਰਾਵਾਂ ਦਾ ਗ੍ਰਾਮਰ ਦਾ ਫਰਕ ਹੈ, ਉਹਦੀ ਜਿਹੜੀ ਵਿਆਕਰਣ ਨੂੰ ਅਸੀਂ ਸਮਝਿਆ ਸੀ ਕਿ 12ਵੀਂ ਪੌੜੀ ਜਿਹੜਾ ਮੰਨੇ ਕੀ ਗਤ ਕਹੀ ਨਾ ਜਾਏ, ਉੱਥੇ ਮੰਨੇ ਨੰਨੇ ਨੂੰ ਇੱਕ ਲਾਣ ਲੱਗੀ ਹੈ, ਮੰਨੇ ਹੈ, ਲੇਕਿਨ ਉਹ 12ਵੀਂ ਪੌੜੀ ਹੈ, ਮੰਨੇ ਕੀ ਗਤ ਕਹੀ ਨਾ ਜਾਏ। ਲੇਕਿਨ ਅਗਲੀ ਪੌੜੀ ਜਦੋਂ ਅਸੀਂ ਪੜ੍ਹਦੇ ਹਾਂ ਉਦੋਂ ਆ ਜਾਂਦਾ ਮੰਨੈ ਕੀ ਗਤ ਕਹੀ ਨਾ ਜਾਏ। ਉਦੋਂ ਮੰਨੈ ਨੂੰ ਦਲਾਵਾਂ ਲੱਗੀਆਂ, ਇਹਦੇ ਉਚਾਰਨ ਨੂੰ ਵੀ ਅਸੀਂ ਸਮਝੀਏ ਕਿ ਇੱਕ ਪਾਸੇ ਮੰਨੇ ਕੀ ਗਤ ਕਹੀ ਜਾਏ, ਦੂਜਾ ਮੰਨੈ। ਸੋ ਮੰਨੇ ਔਰ ਮੰਨੈ ਦੀ ਜਿਹੜਾ ਡਿਫਰੈਂਸ ਹੈ, ਜਿਹੜਾ ਦੀ ਵਿਆਕਰਣ ਦਾ ਫਰਕ ਹੈ, ਉਹਨੂੰ ਵੀ ਅਸੀਂ ਸਮਝ ਲਈਏ ਕਿ ਮੰਨੇ ਦੀ ਕੀ, ਜਦੋਂ ਲਿਖਿਆ ਹੈ ਕਿ ਮੰਨੇ ਕੀ ਗਤ ਕੀ ਨੇ, ਉਹਦਾ ਮਤਲਬ ਹੁੰਦਾ ਹੈ ਕਿ ਮੰਨਣ ਵਾਲੇ ਦੀ ਕੀ ਅਵਸਥਾ ਹੈ। ਅਤੇ ਜਦੋਂ ਮੰਨੈ ਦੁਲਾਵਾਂ ਲੱਗ ਜਾਂਦੀਆਂ ਉਦੋਂ ਆਉਂਦਾ ਕਿ ਮੰਨਣ ਦੇ ਨਾਲ, ਦੁਲਾਵਾਂ ਦਾ ਨਾਲ ਮਤਲਬ ਕਿ ਮੰਨਣ ਦੇ ਨਾਲ ਕੀ ਚੇਂਜਿਸ ਆਉਂਦੇ ਨੇ, ਕੀ ਫਰਕ ਆਉਂਦਾ, ਕੀ ਜ਼ਿੰਦਗੀ ਦੇ ਸਾਡੇ ਜਿਹੜੀ ਬਦਲਾਅ ਆਉਂਦਾ। ਸੋ ਉਦੋਂ ਸਾਨੂੰ ਇਹ ਗੱਲ ਜਿਹੜੀ ਹੈ ਜ਼ਿਆਦਾ ਸਮਝ ਆਉਂਦੀ ਹੈ ਕਿ ਇਹ ਦੋਨੋਂ ਦੇ ਉਚਾਰਨ ਨੂੰ ਸਿਰਫ ਜਪਜੀ ਸਾਹਿਬ ਦੇ ਵਿੱਚ ਨਹੀਂ, ਜਿੱਥੇ ਵੀ ਹੈ ਸਾਨੂੰ ਗੁਰਬਾਣੀ, ਭਾਵੇਂ ਅਸੀਂ ਕੋਈ ਵੀ ਪਾਠ ਕਰੀਏ, ਇਹ ਲਾਂ ਦੁਲਾਮ ਦਾ ਫਰਕ, ਔਂਕੜ ਦਾ ਫਰਕ ਹੈ, ਪੜ੍ਹਨੀ ਹੈ ਨਹੀਂ ਪੜ੍ਹਨੀ, ਇਹਦਾ ਜਿਹੜਾ ਵਿਆਕਰਣ ਸਾਨੂੰ ਪਤਾ ਹੋਣਾ ਚਾਹੀਦਾ, ਜਿਹਦੇ ਨਾਲ ਸਾਰੇ ਅਰਥ ਹੀ ਬਦਲ ਜਾਂਦੇ ਨੇ। ਇੱਕ ਲਾਂ ਔਰ ਦੁਲਾਮ ਦੇ ਲੱਗਣ ਦੇ ਨਾਲ ਅਰਥਾਂ ਦਾ ਫਰਕ ਪੈ ਜਾਂਦਾ ਹੈ।
ਇੱਕ ਔਂਕੜ ਹਟਾਉਣ ਔਰ ਲਗਾਉਣ ਦੇ ਨਾਲ ਅਰਥਾਂ ਦਾ ਫਰਕ ਪੈ ਜਾਂਦਾ। ਅਸੀਂ ਕਈ ਵਾਰੀ ਇਹ ਗੱਲਾਂ ਨੂੰ ਸਮਝ ਚੁੱਕੇ ਹਾਂ। ਔਰ ਅਸੀਂ ਇਹ ਵੀ ਸਮਝਿਆ ਕਿ ਪੌੜੀ ਜਿਹੜੀ ਹੁੰਦੀ ਹੈ, ਜੋ ਬਾਣੀ ਦੀ ਬਣਤਰ ਹੈ, ਕਿ ਪੌੜੀ ਦੀ ਅਖੀਰਲੀ ਪੰਕਤੀ ਜਿਹੜੀ ਹੈ ਉਸ ਪੌੜੀ ਦੀ ਪੂਰੀ ਜਿਸਟ ਹੁੰਦੀ ਹੈ। ਤੇ ਇਸ ਪੂਰੇ ਜਪਜੀ ਸਾਹਿਬ ਜੋ ਕਿ ਪੌੜੀਆਂ ਦੇ ਰੂਪ ਦੇ ਵਿੱਚ, ਇਸ ਪੌੜੀਆਂ ਦੇ ਵਿੱਚ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ। ਸੋ ਅਸੀਂ ਇਹ ਵੀ ਸਮਝਿਆ ਸੀ ਕਿ ਐਸਾ ਜਿਹੜਾ ਲਫ਼ਜ਼ ਹੈ ਨਾ, ਐਸਾ ਲਫ਼ਜ਼ ਬੜਾ ਇੰਪੋਰਟੈਂਟ ਹੈਗਾ। ਐਸਾ ਦਾ ਮਤਲਬ ਹੁੰਦਾ ਕੋਈ ਖਾਸ ਗੱਲ ਚੀਜ਼ ਚੱਲ ਰਹੀ ਹੈ, ਕਿਸੇ ਖਾਸ ਗੱਲ ਵੱਲ ਇਸ਼ਾਰਾ ਕਰ ਰਿਹਾ ਸੀ। ਜਦੋਂ ਕਹਿੰਦੇ ਨੇ ਕਿ ਸਾਰੀ ਚੀਜ਼ ਇਹਦੇ ਐਸਾ ਹੋਣਾ ਚਾਹੀਦਾ, ਐਸਾ ਮਤਲਬ ਉਹ ਕੋਈ ਸਪੈਸ਼ਲ ਹੈ, ਕੋਈ ਯੂਨੀਕ ਹੈ। ਸੋ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨਣਾ, ਐਸਾ ਜਿਹੜਾ ਲਫ਼ਜ਼ ਹੈ ਨਾ, ਅਸੀਂ ਕਈ ਵਾਰੀ ਜਦੋਂ ਅਸੀਂ ਸੁਖਮਨੀ ਸਾਹਿਬ ਦਾ ਪਾਠ ਵੀ ਕਰਦੇ ਹਾਂ, ਉਹਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਜਦੋਂ ਅਸੀਂ ਇਹ ਪੌੜੀ ਦੀ ਇਸ ਪਦੇ ਦੀ ਆਖਰੀ ਲਾਈਨ ਹੈ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਔਰ ਐਸਾ ਪ੍ਰਭ ਜਿਹੜਾ ਨਾ, ਉਹ ਪੂਰੀ ਉਤਲੇ ਪਦੇ 'ਚ ਸਾਰਾ ਸਾਨੂੰ ਦੱਸਿਆ ਹੋਇਆ ਕਿ ਕਿਹੜਾ ਪ੍ਰਭ ਹੈਗਾ। ਤਾਂ ਹੀ ਉਸੀ ਆਖਰੀ ਲਾਈਨ ਪੰਕਤੀ 'ਚ ਐਸਾ ਨਾਨਕ ਲਫ਼ਜ਼ ਵਰਤ ਕੇ ਜਿਹੜਾ ਉਹ ਦੱਸਿਆ, ਨਾਨਕ ਜਿਸ ਪ੍ਰਸਾਦ ਐਸਾ ਭਾਵ, ਜਿਹੜਾ ਉਤਲੀ ਸਾਰੀ ਡੈਫੀਨੇਸ਼ਨ ਦਿੱਤੀ ਹੈ। ਸੋ ਮਤਲਬ ਸਾਨੂੰ ਕਈ ਜਗ੍ਹਾ ਮਿਲਦਾ, ਜਿਸ ਤਰ੍ਹਾਂ ਇੱਕ ਸ਼ਬਦ ਅਸੀਂ ਪੜ੍ਹਦੇ ਆ, ਐਸਾ ਗਿਆਨ ਸੁਨੋ ਮਨ ਮੇਰੇ ਹੋਵੋ ਚਾਕਰ ਸਾਚੇ ਕੇਰੇ। ਹੁਣ ਜੋ ਐਸਾ ਗਿਆਨ ਹੈ ਨਾ, ਪੂਰਾ ਸ਼ਬਦ ਜਿਹੜਾ, ਉਸ ਸ਼ਬਦ ਤੁਸੀਂ ਪੜ੍ਹਨਾ, ਅੱਜ ਸਾਡੇ ਕੋਲ ਸਮਾਂ ਨਹੀਂ ਕਿ ਅਸੀਂ ਉਸ ਸ਼ਬਦ ਨੂੰ ਡਿਸਕਸ ਕਰੀਏ, ਕਿਉਂਕਿ ਅਸੀਂ ਫੋਕਸ ਇਸ ਪੌੜੀ 'ਤੇ ਕਰਨਾ। ਲੇਕਿਨ ਸਿਰਫ ਅਸੀਂ ਐਸਾ ਲਫ਼ਜ਼ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਉਹ ਜਿਹੜਾ ਪੂਰੇ ਸ਼ਬਦ ਦੇ ਵਿੱਚ ਹੈ ਨਾ, ਉਹ ਰਹਾਉ ਹੈ। ਐਸਾ ਗਿਆਨ ਜਪੋ ਮਨ ਮੇਰੇ ਨਾਨਕ ਹੋਵੋ ਚਾਕਰ ਸਾਚੇ ਕੇਰੇ, ਇਹ ਰਹਾਉ ਹੈ। ਔਰ ਐਸਾ ਗਿਆਨ ਹੈ ਪੂਰੇ ਸ਼ਬਦ ਦੇ ਵਿੱਚ, ਐਸਾ ਗਿਆਨ ਕਿਹੜਾ, ਉਹਦੀ ਗੱਲ ਕੀਤੀ ਹੈ। ਸੋ ਇਹਦੇ ਵਿੱਚ ਵੀ ਦੱਸਿਆ ਹੈ ਐਸਾ ਨਾਮ ਨਿਰੰਜਨ ਹੋਏ। ਅਸੀਂ ਇਹ ਵੀ ਗੱਲ ਕੀਤੀ ਸੀ ਕਿ ਸਟੈਪ ਬਾਏ ਸਟੈਪ ਕਿਸ ਤਰ੍ਹਾਂ ਸਮਝਾ ਰਹੇ ਨੇ। ਅਸੀਂ ਨਾਮ ਦੇ ਬਾਰੇ ਇੰਨਾ ਭੁਲੇਖਾ ਸਾਡੇ 'ਚ ਕਿ ਨਾਮ ਕੀ ਹੈ, ਨਾਮ ਕਿਹਨੂੰ ਕਹਿੰਦੇ ਨੇ, ਨਾਮ ਕਿਸ ਤਰ੍ਹਾਂ ਜਪੀਦਾ, ਨਾਮ ਕੀ ਹੁੰਦਾ, ਸਾਰੇ ਬੜੇ ਇਹਦੇ ਬਾਰੇ ਵੱਖਰੀਆਂ ਜਿਹੜੀਆਂ ਮਾਨਤਾਵਾਂ, ਵੱਖਰੇ ਢੰਗ ਦੇ ਨਾਲ ਦੱਸਿਆ ਜਾਂਦਾ। ਪਰ ਜਦੋਂ ਜਪਜੀ ਸਾਹਿਬ ਅਸੀਂ ਪੜ੍ਹਦੇ ਹਾਂ ਤੇ 11 ਪੌੜੀਆਂ ਦੇ ਬਾਅਦ, ਜਪਜੀ ਸਾਹਿਬ ਤੋਂ ਸ਼ੁਰੂ ਹੁੰਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਸ਼ੁਰੂ ਹੁੰਦੀ ਹੈ, 11 ਪੌੜੀਆਂ ਦੇ ਬਾਅਦ 12ਵੀਂ ਪੌੜੀ ਦੇ ਪਹਿਲੀ ਵਾਰੀ ਲਫ਼ਜ਼ ਨਾਮ ਆਇਆ। ਨਾਮ ਪਹਿਲੀ ਵਾਰੀ ਆਇਆ। ਇਹਦਾ ਮਤਲਬ ਐਸਾ ਨਾਮ ਦਾ ਜਿਹੜਾ ਮਤਲਬ ਪਿੱਛੇ ਸਾਨੂੰ ਕਿਤੇ ਨਾ ਕਿਤੇ ਦੱਸਿਆ ਹੋਇਆ। ਐਸਾ ਨਾਮ ਨਿਰੰਜਨ ਕੀ ਹੈ, ਉਹ ਵੀ ਅਸੀਂ ਸਮਝਿਆ ਸੀ ਕਿ ਨਿਰੰਜਨ ਨਾਮ ਨਿਰੰਜਨ ਹੈ, ਜਿਹਦੇ ਤੇ ਕੋਈ ਦਾਗ ਨਹੀਂ ਹੈ। ਕੋਈ ਇਹਦਾ ਮਤਲਬ ਕਿਸੇ ਤੇ ਦਾਗ ਨਹੀਂ ਹੈ ਨਾ। ਕੋਈ ਵੀ ਚੀਜ਼ ਐਸੀ ਨਹੀਂ ਹੈ ਦੁਨੀਆ ਦੇ ਵਿੱਚ ਜਿਹੜੀ ਫਿਜ਼ੀਕਲੀ ਸਾਨੂੰ ਨਜ਼ਰ ਆਉਂਦੀ ਹੈ ਜਿਹਦੇ ਤੇ ਮੈਲ ਦਾਗ ਨਹੀਂ ਹੈ, ਕੋਈ ਉਹਦੇ 'ਚ ਕੋਈ ਇੰਪਿਓਰਿਟੀ ਨਹੀਂ ਹੈ। ਕੋਈ ਵੀ ਚੀਜ਼ ਐਸੀ ਨਹੀਂ ਹੈ। ਅੰਜਨ ਮਤਲਬ ਮੈਲ, तो निरंजन मतलब मैल तो रहे वो है केवल तो केवल सच। तो समझो कि नाम नू निरंजन क्या है, सच नू नाम क्या है। ऐसा नाम निरंजन होए, सच केवल केवल सच नू ही नाम क्या है। कोई खास लफज का जड़ा अडटन जड़ा नाम नहीं है। और निरंजन नू भी पहले डिफाइन किया होया, थापिया ना जाए कीता ना होए आपे आप निरंजन सोए। वो आप जड़ा ना वही निरंजन है, कोई दूसरे किसी और नू। सो निरंजन नू भी पहले गल की हुई है पंजवीं पौड़ी दे विच। और फिर उस तो बाद क्या होया कि उसी निरंजन नू नाम दे नाल बराबर मिला दिता, ऐसा नाम निरंजन होए। सो गल बड़ी क्लीयर होंदी है, बड़ा भुलेखे ने सानू इस बारे। लेकिन सच सच ही नाम है, सच ही हुक्म है, सच ही निरंजन है। उन्होंने वक्रे वक्रे ढंग दे नाल डिफाइन किया होया। और फिर उस तो बाद निरंजन जड़ा असी सोदर की बाणी पढ़ते हैं, वो भी सानू अगे जाके सो पुरख, वो भी सो पुरख निरंजन, हर पुरख निरंजन, वो भी निरंजन दसिया। सो इसका मतलब वो पुरख भाव वो अकाल पुरख, वो निरंजन, वो नाम, ये सारिया एको ही चीज़ां ने। ये कोई फर्क नहीं है। उसे नाम ही निरंजन क्या है, उसे निरंजन ही पुरख क्या है, वो पुरख ही अकाल पुरख है, वो अकाल पुरख ही सच है। सारिया चीज़ां जिहड़ियां ना एको ही चीज़ है, लेकिन उन्होंने वक्रे वक्रे ढंग दे नाल दर्शाया गया, समझाया गया, डिफाइन किया होया। और दूजी गल
ਐਸਾ ਨਾਮ ਨਿਰੰਜਨ ਹੋਏ। ਇਹੋ ਜਿਹੇ ਨਾਮ ਦੇ ਨਾਲ ਨਿਰੰਜਨ ਹੁੰਦਾ ਹੈ, ਜੇ ਕੋ ਮਨ ਜਾਣੈ ਮਨ ਕੋਏ। ਜਿਹੜਾ ਹੁਣ ਇਹਦੇ ਵਿੱਚ ਇਸ ਪੰਕਤੀ ਦੇ ਵਿੱਚ ਮਨ ਲਫ਼ਜ਼ 2 ਵਾਰੀ ਆਉਂਦਾ ਹੈ, ਜੇ ਕੋ ਮਨ ਜਾਣੈ ਮਨ ਕੋਏ। ਮਨ 2 ਵਾਰੀ ਲਾਇਆ, ਲੇਕਿਨ ਦੋਨਾਂ ਦੇ ਸਪੈਲਿੰਗ ਦੇ ਵਿੱਚ ਫਰਕ ਹੈ। ਪਹਿਲੇ ਮਨ ਦੇ ਉੱਪਰ ਟਿੱਪੀ ਲੱਗੀ ਹੋਈ ਹੈ, ਉਹਦਾ ਮਕਸਦ ਹੈ ਮੰਨਣ ਦੇ ਨਾਲ, ਤੇ ਦੂਜਾ ਮਨ ਜਾਏ ਉਹਨੂੰ ਸਿਆਰੀ ਲੱਗੇ, ਉਹਦਾ ਮਨ ਕੋਏ ਦਾ ਮਤਲਬ ਉਹਦਾ ਮਨ ਦੇ ਨਾਲ ਸੰਬੰਧ ਹੈ। ਜੇ ਕੋ ਮਨ ਜਾਣਾ, ਜਿਹੜਾ ਮਨ ਜਾਂਦਾ ਹੈ, ਜੇ ਕੋ ਮਨ ਜਾਣਾ ਮਨ ਕੋਏ। ਮਨ ਕੋਏ ਦਾ ਮਤਲਬ ਹੁੰਦਾ ਉਹ ਯੂਨੀਕ, ਉਹ ਵਿਰਲਾ, ਉਹ ਖਾਸ ਮਨ ਜਿਹੜਾ ਬਣ ਜਾਂਦਾ, ਜਿਹੜਾ ਮਨ ਜਾਂਦਾ ਵੱਖਰਾ ਨਹੀਂ ਹੋ ਜਾਂਦਾ ਦੁਨੀਆ ਤੋਂ, ਰਹਿੰਦਾ ਵਿੱਚ ਹੀ ਹੈ, ਲੇਕਿਨ ਉਹਦੀ ਪਰਸਨੈਲਿਟੀ, ਉਹਦੀ ਦਿੱਖ, ਉਹਦੀ ਗੱਲ, ਉਹਦੀ ਸੋਚ ਦੁਨੀਆ ਤੋਂ ਵੱਖਰੀ ਹੁੰਦੀ ਹੈ, ਨਵੇਕਲੀ ਹੁੰਦੀ ਹੈ, ਨਿਰਾਲੀ ਹੁੰਦੀ ਹੈ, ਯੂਨੀਕ ਹੁੰਦੀ ਹੈ। ਸੋ ਇਹਨੂੰ ਅਸੀਂ ਜਰਾ ਬਹੁਤ ਵਾਰੀ ਅਸੀਂ ਪਹਿਲੇ ਸਮਝ ਚੁੱਕੇ ਹਾਂ, ਔਰ ਹਰ ਵਾਰੀ ਜਦੋਂ ਵੀ ਇਹ ਪੌੜੀ ਆਏ ਸਾਨੂੰ ਇਹ ਧਿਆਨ ਦੇ ਵਿੱਚ ਜ਼ਰੂਰ ਆਏ ਕਿ ਜੇ ਕੋ ਮਨ ਜਾਣੇ ਮਨ ਕੋਏ। ਕੋਈ ਲਫ਼ਜ਼ ਬੜਾ ਇੰਪੋਰਟੈਂਟ ਹੈਗਾ, ਕੋਈ ਵੀ ਲਫ਼ਜ਼ ਸਾਨੂੰ ਬੜੀ ਵਾਰੀ ਗੁਰਬਾਣੀ ਦੇ ਵਿੱਚ ਲਫ਼ਜ਼ ਮਿਲਦਾ, ਕੋਏ ਦਾ ਮਤਲਬ ਹੁੰਦਾ ਕੋਈ ਯੂਨੀਕਨੈਸ ਹੈ ਉਹਦੇ ਅੰਦਰ। ਹੁਣ ਇਹਦੇ ਵਿੱਚ ਆਇਆ ਮੰਨੈ ਦੀ ਅਸੀਂ ਗੱਲ ਕੀਤੀ, ਜਿਹੜਾ ਮੰਨਣ ਦੇ ਨਾਲ, ਮੰਨਣਾ ਭਾਵ ਉਸ ਹੁਕਮ ਨੂੰ ਮੰਨਣਾ, ਜਿਹਦੀ ਗੱਲ ਅਸੀਂ ਬੇਸ ਬਣਾ ਕੇ ਚੱਲੇ ਆਏ ਹਾਂ। ਰੱਬੀ ਹੁਕਮ ਨੂੰ, ਰੱਬੀ ਨਿਯਮ ਨੂੰ, ਉਸ ਲਾਜ਼ ਆਫ ਨੇਚਰ ਨੂੰ, ਉਸ ਕੁਦਰਤ ਦੇ ਨਿਯਮਾਂ ਨੂੰ ਮੰਨਣ ਦੀ ਗੱਲ ਚੱਲ ਰਹੀ ਹੈ। ਜਿਹੜਾ ਉਸ ਨੂੰ ਮੰਨਦਾ, ਮੰਨੈ ਮਾਰਗ ਠਾਕ ਨਾ ਪਾਏ। ਜਿਹੜਾ ਮੰਨਦਾ ਨਾ, ਉਹਦੇ ਮਾਰਗ ਦੇ ਵਿੱਚ, ਭਾਵ ਸੱਚ ਦੇ ਰਸਤੇ ਤੇ ਤੁਰਨ ਦੇ ਵਿੱਚ ਕੋਈ ਰੋਕ ਨਹੀਂ ਹੈ, ਠਾਕ ਨਾ ਪਾਏ। ਦੇਖੋ ਅਸੀਂ ਕਿਤੇ ਬਾਹਰ ਜਾਣਾ ਹੋਏ ਨਾ, ਅਸੀਂ ਫਿਜ਼ੀਕਲੀ ਕਿਤੇ ਜਾਣਾ ਹੋਏ, ਅੱਜ ਜਾਣਾ ਹੋਏ ਅੰਮ੍ਰਿਤਸਰ ਜਾਣਾ ਹੋਏ, ਕਿਤੇ ਵੀ ਜਾਣਾ, ਹੋ ਸਕਦਾ ਸਾਨੂੰ ਰਸਤੇ 'ਚ ਰੋਕ ਲੱਗ ਜਾਏ, ਟ੍ਰੇਨ ਬੰਦ ਹੋ ਸਕਦੀ ਹੈ, ਰਸਤੇ 'ਚ ਕੋਈ ਜਲੂਸ ਹੋ ਸਕਦਾ, ਕੋਈ ਮਜਮਾ ਹੋ ਸਕਦਾ, ਕੁਛ ਹੋ ਸਕਦੀ, ਪ੍ਰੋਬਲਮ ਹੋ ਸਕਦੀ ਹੈ। ਬਾਹਰ ਜਾਣਾ, ਸਾਡੇ ਕੋਲ ਵੀਜ਼ਾ ਨਹੀਂ ਹੈ, ਫਲਾਈਟ ਕੈਂਸਲ, ਕੋਈ ਵੀ ਪ੍ਰੋਬਲਮ ਹੋ ਸਕਦੀ ਹੈ। ਲੇਕਿਨ ਜੇ ਸੱਚ ਦੇ ਰਸਤੇ 'ਤੇ ਚੱਲਣਾ, ਜੇ ਕਿਸੇ ਨੇ ਕਿਹਾ ਕਿ ਮੈਂ ਸਬਰ ਸੰਤੋਖ ਸਬਰ ਕਰਨਾ ਇਸ ਗੱਲ ਦੇ ਉੱਤੇ, ਤੁਹਾਨੂੰ ਕੋਈ ਰੋਕ ਨਹੀਂ ਸਕਦਾ। ਜੇ ਉਹਨੇ ਧਾਰ ਲਿਆ ਅੰਦਰ ਉਸ ਸੱਚ ਦੇ ਰਸਤੇ 'ਤੇ ਸੋਚ ਲਿਆ ਕਿ ਮੈਂ ਸਬਰ ਸੰਤੋਖ ਨੂੰ, ਆਪਣੇ ਅੰਦਰ ਗੁਣ ਨੂੰ, ਮੈਂ ਇਸ ਮਾਰਗ 'ਤੇ ਤੁਰਨ ਦੀ ਮੈਂ ਠਾਣ ਲਈ ਹੈ, ਕੋਈ ਨਹੀਂ ਰੋਕ ਸਕਦਾ। ਉਹਦੇ ਅੰਦਰ ਕੋਈ ਰੋਕਾ ਨਹੀਂ ਹੈ, ਕੋਈ ਬਾਹਰਲੀ ਤਾਕਤ ਉਹਨੂੰ ਨਹੀਂ ਰੋਕ ਸਕਦੀ। ਜੇ ਕੋਈ ਸੋਚੇ ਕਿ ਮੈਂ ਦਇਆ ਕਰਨ ਦੀ ਮੈਂ ਮਾਰਗ 'ਤੇ ਤੁਰਨਾ, ਕੌਣ ਰੋਕਦਾ ਉਹਨੂੰ? ਕੋਈ ਵੀ ਸੱਚ ਦੇ ਰਾਹ 'ਤੇ ਤੁਰਨ ਦੀ ਜਿਹੜੀ ਗੱਲ ਹੈ ਨਾ, ਉਹਨੂੰ ਰੋਕ ਨਹੀਂ ਸਕਦੀ ਕਿਸੇ ਵੀ ਢੰਗ ਦੇ ਨਾਲ, ਕਿਸੇ ਵੀ ਤਰੀਕੇ ਨਾਲ। ਉਹ ਆਪਣਾ ਰਸਤਾ ਕੱਢ ਹੀ ਲਏਗਾ, ਉਹ ਕਰ ਹੀ ਲਏਗਾ। ਮੰਨੈ ਮਾਰਗ ਠਾਕ ਨਾ ਪਾਏ। ਅੱਜ ਦੇਖੋ ਕਿੰਨਾ ਲਫ਼ਜ਼ ਅਸੀਂ ਘਰਾਂ ਦੇ ਯੂਜ਼ ਕਰਦੇ ਹਾਂ, ਸਾਨੂੰ ਬੜੀ ਟੈਨਸ਼ਨ ਹੈ, ਬੜੀ ਟੈਨਸ਼ਨ ਹੈ, ਬੜੀ, ਇਹ ਆਮ ਲਫ਼ਜ਼ਾਂ। ਕਦੀ ਸੋਚੋ, ਕਦੀ ਆਪਣੇ ਬਚਪਨ ਦੇ ਵਿੱਚ ਨਾ ਅਸੀਂ ਕਦੀ ਲਫ਼ਜ਼ ਕਦੀ ਸੁਣਿਆ ਵਰਤਿਆ ਨਹੀਂ ਸੀ ਹੈਗਾ। ਕੋਈ ਕੰਮ ਦੀ ਸਾਨੂੰ ਦਿੱਕਤ ਆਉਂਦੀ, ਸਾਡੇ ਵੱਡਿਆਂ ਤੋਂ ਵੀ ਸ਼ਾਇਦ ਘੱਟ ਹੀ ਸੁਣਿਆ ਸੀ ਕਿ ਮੈਨੂੰ ਬੜੀ ਟੈਨਸ਼ਨ ਹੈ। ਅੱਜ ਛੋਟਾ ਬੱਚਾ ਹੈ ਨਾ, ਉਹਨੂੰ ਕਦੀ ਹੋਮਵਰਕ ਵੀ ਮਿਲ ਜਾਏ, ਕਹਿੰਦਾ ਮੈਨੂੰ ਹੋਮਵਰਕ ਦੀ ਬੜੀ ਟੈਨਸ਼ਨ ਹੋ ਗਈ। ਇੱਕ ਬੜਾ ਲਫ਼ਜ਼ ਕਾਮਨ ਹੋ ਗਿਆ ਸਾਡੇ ਵਿੱਚ। ਲੇਕਿਨ ਅਸੀਂ ਜਦੋਂ ਫ੍ਰੀ ਹੋਣਾ ਚਾਹੀਏ ਇਸ ਤੋਂ, ਸਾਨੂੰ ਕੋਈ, ਅਸੀਂ ਸਾਡੀ ਆਪਣੀ ਸੋਚ, ਆਪਣੀ ਅੰਦਰ ਦੀ ਜਿਹੜੀ ਅਵਸਥਾ ਨਾ, ਉਹੀ ਸਾਨੂੰ ਰੋਕਦੀ ਹੈ, ਉਹੀ ਰੋਕਾ, ਹੋਰ ਕੁਛ ਬਾਹਰਲਾ ਰੋਕਾ ਨਹੀਂ ਹੈਗਾ। ਮੰਨੈ ਪਤ ਸਿਉ ਪ੍ਰਗਟ ਜਾਏ। ਜਿਹੜਾ ਮੰਨ ਲੈਂਦਾ, ਜਿਹੜਾ ਇਸ ਹੁਕਮ ਨੂੰ ਸਮਝ ਲਿਆ, ਉਹਨੇ ਸੁਣ ਲਿਆ, ਉਹਨੇ ਇਸ ਰਸਤੇ 'ਤੇ ਤੁਰਨ ਦੀ ਠਾਣ ਲਈ, ਮੰਨ ਲਿਆ, ਪਤ ਸਿਉ, ਉਹ ਆਪਣੇ ਅੰਦਰ, ਜਿਹਨੂੰ ਅਸੀਂ ਕਹਿੰਦੇ ਨਾ ਸੈਲਫ ਅਸਟੀਮ ਕਹਿ ਲੈਂਦੇ ਹਾਂ, ਜਾਂ ਅਸੀਂ ਆਪਣੀਆਂ ਨਜ਼ਰਾਂ ਦੇ ਵਿੱਚ ਆਪ, ਜਿਹਨੂੰ ਅਸੀਂ ਕਹਿੰਦੇ ਹਾਂ ਨਾ, ਕਈ ਵਾਰੀ ਬੰਦਾ ਆਪਣੀ ਕੰਮ ਕੋਈ ਕੀਤਾ ਹੁੰਦਾ ਨਾ, ਆਪਣੀ ਨਜ਼ਰਾਂ ਦੇ ਵਿੱਚ ਆਪ ਹੀ ਬੰਦਾ ਨੂੰ ਕਹਿੰਦਾ, ਯਾਰ ਮੈਂ ਕੀ ਕਰ ਗਿਆ, ਮੈਂ ਕੀ ਕਰ ਲਿਆ, ਮੈਂ ਆਪਣੀ ਨਜ਼ਰਾਂ ਦੇ ਵਿੱਚ ਆਪ ਵੀ ਉੱਠਦਾ। ਮੰਨਿਆ ਪਤ ਸਿਉ ਪ੍ਰਗਟ ਜਾਏ, ਦੁਨੀਆ ਦੇ ਵਿੱਚ ਵੀ ਉਹ ਪ੍ਰਗਟ ਹੁੰਦਾ, ਭਾਵ ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ ਯੂਨੀਕਨੈਸ ਜਿਹੜੀ ਹੈ ਨਾ, ਉਸ ਤੁਰਨ ਵਾਲੇ ਦੀ ਸਾਹਮਣੇ ਨਜ਼ਰ ਆਉਂਦੀ ਹੈ ਕਿ ਵਾਕਈ ਇਹ ਜੋ ਕਰ ਰਿਹਾ ਨਾ, ਇਹ ਦੁਨੀਆ ਤੋਂ ਨਵੇਕਲੀ ਹੈ, ਇਹਦੀ ਵਿਚਾਰਧਾਰਾ, ਇਹਦੀ ਸੋਚ, ਇਹਦੇ ਕਰਮ, ਇਹਦੇ ਸੋਚਣ ਦਾ ਢੰਗ, ਇਹਦੇ ਗੱਲ ਕਰਨ ਦਾ ਤਰੀਕਾ ਦੁਨੀਆ ਤੋਂ ਵੱਖਰਾ ਹੈ, ਇਹ ਦੁਨੀਆ ਦੇ ਨਾਲ ਜਾਂ ਉਸ ਤਰ੍ਹਾਂ ਦੇ ਤਰੀਕੇ ਨਾਲ ਨਹੀਂ ਚੱਲਦਾ। ਮੰਨੈ ਮਗ ਨਾ ਚੱਲੈ ਪੰਥ।
ਮੱਗ ਦਾ ਮਤਲਬ ਹੁੰਦਾ ਹੈ ਮਾਰਗ। ਜਿਹੜਾ ਮੰਨ ਲੈਂਦਾ ਨਾ ਉਹ ਇਸ ਸੱਚ ਦੇ ਮਾਰਗ ਤੇ ਤੁਰਨਾ ਸ਼ੁਰੂ ਕਰਦਾ ਹੈ, ਨਾ ਕਿ ਪੰਥ ਤੇ। ਪੰਥ ਹੁੰਦੇ ਨੇ ਅਲੱਗ ਅਲੱਗ, ਜਿਸ ਤਰ੍ਹਾਂ ਕਹਿੰਦੇ ਨੇ ਇਹ ਫਲਾਣੇ ਪੰਥੀ ਹੈ, ਫਲਾਣੇ ਪੰਥੀ ਹੈ, ਇਹ ਮੁਸਲਿਮ ਪੰਥ, ਇਹ ਈਸਾਈ ਪੰਥ ਹੈ, ਸਿੱਖ ਪੰਥ, ਇਹ ਹਿੰਦੂ ਪੰਥ ਹੈ, ਇਹ ਜੋਗ ਮਤ, ਇਹ ਸਾਰੀਆਂ ਮਤ, ਇਹ ਸਾਰੇ ਪੰਥ। ਕਿਸੇ ਵੀ ਖਾਸ ਧੜੇਬਾਜ਼ੀ, ਕਿਸੇ ਖਾਸ ਪੰਥ, ਕਿਸੇ ਖਾਸ ਉਸ ਤੇ ਨਹੀਂ ਹੁੰਦਾ ਕਿ ਮੈਂ ਕਿਸੇ ਖਾਸ ਇਸ ਧੜੇ ਦਾ ਹੈਗਾ। ਕੱਟੜਪੰਥੀ ਜਿਹਨੂੰ ਕਹਿੰਦੇ ਨੇ, ਉਸ ਪੰਥ ਅਸੀਂ ਕਹਿ ਲੈਂਦੇ ਹਾਂ ਕਿ ਫਲਾਣੇ ਅਸੀਂ ਕਹਿ ਦਿੰਦੇ ਗਲਤੀ ਨਾਲ ਧਰਮ ਨੇ, ਈਸਾਈ ਧਰਮ, ਮੁਸਲਿਮ ਧਰਮ, ਸਿੱਖ ਧਰਮ। ਧਰਮ ਨਹੀਂ ਨੇ ਹੈਗਾ, ਧਰਮ ਤਾਂ ਇੱਕੋ ਹੀ ਹੈ, ਇੱਕੋ ਧਰਮ ਦ੍ਰਿੜੇ ਸੱਚ ਕੋਏ। ਇਹ ਰਸਤੇ ਨੇ ਅਲੱਗ ਅਲੱਗ। ਪੰਥ ਭਾਵ ਕਿਸੇ ਖਾਸ, ਕਬੀਰ ਸਾਹਿਬ ਨੂੰ ਤੁਸੀਂ ਕੀ ਕਹੋਗੇ? ਮੁਸਲਮਾਨ ਸੀ ਜਾਂ ਹਿੰਦੂ ਸੀ? ਭਗਤ ਨਾਮਦੇਵ ਜੀ ਨੂੰ ਅਸੀਂ ਕਹਿ ਸਕਦੇ ਕਿ ਹਿੰਦੂ ਸੀ? ਉਹ ਕਹਿਣ ਵਾਲੇ ਉਹਨਾਂ ਦੇ ਜਿਹੜੇ ਅੱਗੇ ਪੈਰੋਕਾਰ ਨੇ ਉਹ ਆਪਣੇ ਨਾਲ ਜੋੜ ਲੈਂਦੇ ਨੇ ਬੇਸ਼ੱਕ ਕਿ ਫਲਾਣੇ। ਅਸੀਂ ਉਹਨਾਂ ਨੂੰ ਕਿਸੇ ਖਾਸ ਧੜੇ ਦੇ ਨਾਲ ਨਹੀਂ ਜੋੜ ਸਕਦੇ, ਕਿਸੇ ਵੀ ਖਾਸ ਧੜੇ ਦੇ ਨਾਲ ਨਹੀਂ ਜੋੜ ਸਕਦੇ। ਉਹਨਾਂ ਨੇ ਵੱਖਰਾ ਹੀ ਆਪਣਾ, ਉਹਨਾਂ ਦੇ ਸਾਂਝੀਵਾਲਤਾ ਦੀ ਗੱਲ ਕੀਤੀ ਹੈ। ਮੰਨੇ ਮਗ ਨਾ ਚੱਲੇ ਪੰਥ, ਮੰਨੇ ਧਰਮ ਸੇਤੀ ਸੰਬੰਧ। ਅਸਲ ਧਰਮ ਦੇ ਨਾਲ ਸੰਬੰਧ ਉਦੋਂ ਜੁੜਦਾ ਹੈ, ਅਸਲ ਧਰਮ ਦੇ ਨਾਲ। ਔਰ ਅਸਲ ਧਰਮ ਜਿਹੜਾ ਹੈ ਨਾ, ਸੰਬੰਧ ਜਿਹੜਾ ਹੈ, ਅਸਲ ਧਰਮ ਹੀ, ਧਰਮ ਇੱਕੋ ਹੀ ਹੈ, ਇੱਕੋ ਧਰਮ ਜਿਹੜੇ ਸੱਚ ਕੋਏ। ਸੱਚ ਹੀ ਧਰਮ ਹੈ, ਸੱਚ ਦਾ ਧਰਮ ਹੀ ਧਰਮ ਹੈ, ਹੋਰ ਇਸ ਤੋਂ ਇਲਾਵਾ ਕੋਈ ਧਰਮ ਨਹੀਂ ਹੈ। ਇਹ ਕਹਿਣ ਦੀਆਂ ਗੱਲਾਂ ਕਿ ਇਹ ਫਲਾਣਾ ਧਰਮ, ਇਹ ਧਰਮ ਨਹੀਂ ਹੈ। ਇਹ ਇੱਕ ਅਲੱਗ ਅਲੱਗ, ਇੱਕ ਕਲਟ ਕਹਿ ਲਓ, ਇੱਕ ਸੋਚ ਕਹਿ ਲਓ, ਇੱਕ ਵਿਚਾਰਧਾਰਾ ਕਹਿ ਲਓ, ਇੱਕ ਮਤ ਕਹਿ ਲਓ। ਕਿਸੇ ਨੂੰ ਗੁਰਮਤ ਕਹਿੰਦੇ ਨੇ, ਕਿਸੇ ਨੂੰ ਜੋਗ ਮਤ ਕਹਿੰਦੇ ਨੇ, ਕਿਸੇ ਅਲੱਗ ਅਲੱਗ ਮਤ ਹੈਗੀਆਂ, ਅਲੱਗ ਅਲੱਗ ਸੋਚਾਂ ਹੈਗੀਆਂ। ਧਰਮ ਇੱਕੋ ਹੀ ਹੈ। ਜਦੋਂ ਗੁਰਬਾਣੀ ਅਸੀਂ ਪੜ੍ਹਦੇ ਨਾ ਕਿ ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡ ਰਿਹਾ। ਹੁਣ ਧਰਮ ਕਿੱਥੇ ਉੱਡ ਗਿਆ? ਧਰਮ ਉੱਡਿਆ ਨਹੀਂ ਹੈ। ਉਹ ਜਿਹੜਾ ਕਲ ਕਾਤੀ ਰਾਜੇ ਕਸਾਈ, ਉਹ ਰਾਜਿਆਂ ਦਾ ਜਿਹੜਾ ਧਰਮ ਸੀ ਨਾ, ਰਾਜੇ ਜਿਹੜਾ ਉਹਨਾਂ ਦਾ ਪ੍ਰਜਾ ਦੇ ਵਾਸਤੇ ਜਿਹੜੀ ਉਹਨਾਂ ਦਾ ਜਿਹੜਾ ਫਰਜ਼ ਸੀ, ਜਿਹੜੇ ਉਹਨਾਂ ਦੀ ਡਿਊਟੀਜ਼ ਸੀ, ਉਹ ਉਹਨਾਂ ਨੇ ਕਰਨੀਆਂ ਛੱਡ ਦਿੱਤੀਆਂ। ਤੇ ਉਹ ਜਿਹੜਾ ਧਰਮ ਸੀ ਨਾ, ਧਰਮ ਉਹਨਾਂ ਦੇ ਵਿੱਚੋਂ ਉੱਡ ਗਿਆ। ਉਹਨਾਂ ਨੇ ਆਪਣਾ ਧਰਮ ਜਿਹੜਾ ਹੈ ਉਹ ਛੱਡ ਦਿੱਤਾ। ਐਕਚੁਅਲ ਦੇ ਵਿੱਚ ਧਰਮ ਜਿਹੜਾ ਹੈ ਉਹ ਸਾਡੇ ਜਿਹੜੇ ਇਨਸਾਨੀ ਫਰਜ਼, ਸਾਡੀ ਪਰਿਵਾਰਕ ਫਰਜ਼, ਸਾਡੇ ਸਮਾਜਿਕ ਫਰਜ਼, ਸਾਡੇ ਹੋਰ ਜਿਹੜੇ ਡਿਊਟੀਜ਼, ਫਰਜ਼ ਜਿਹੜੇ ਹੈਗੇ ਨਾ ਸਾਡੇ, ਉਹਨਾਂ ਨੂੰ ਧਰਮ ਕਿਹਾ ਗਿਆ। ਸਰਬ ਧਰਮਾ ਸੇਸ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਜਦੋਂ ਅਸੀਂ ਕਹਿੰਦੇ ਹਾਂ ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕੀ ਹੈ? ਸੰਤ ਮਤਲਬ ਉਹ ਗੁਣ, ਉਹ ਚੰਗੇ ਗੁਣ। ਉਹਦਾ ਦੋਖੀ ਭਾਵ ਉਹਨੂੰ ਪਿੱਛੇ ਹਟਾਉਣ ਵਾਲਾ, ਉਹਦਾ ਦੋਖੀ ਭਾਵ ਉਹਨੂੰ ਨਾ ਮੰਨਣ ਵਾਲਾ। ਧਰਮ ਤੇ ਰਹਿਤ, ਉਹ ਧਰਮ ਤੋਂ ਰਹਿਤ ਹੋ ਜਾਂਦਾ। ਉਹਦਾ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਹੈ। ਇੱਕ ਜਗ੍ਹਾ ਕਹਿੰਦੇ ਨੇ ਸਗਲ ਧਰਮ ਹਰ ਕੈ ਗੁਣ ਗਾਮ। ਸਾਰੇ ਜਿਹੜੇ ਧਰਮ ਨੇ ਨਾ, ਧਰਮ ਦਾ ਮਤਲਬ ਇਹ ਹੈ ਕਿ ਹਰੀ ਦੇ ਗੁਣਾਂ ਨੂੰ ਗਾਉਣਾ, ਹਰੀ ਦੇ ਗੁਣਾਂ ਨੂੰ ਗ੍ਰਹਿਣ ਕਰਨਾ। ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ। ਜਿਹੜਾ ਲੋਭੀ ਹੈ, ਮਾਇਆ ਧਾਰੀ ਹੈ, ਲੋਭ ਦੇ ਵਿੱਚ ਹੈ, ਉਹ ਸਮਝੋ ਕਿ ਧਰਮ ਨੂੰ ਨਹੀਂ ਜਾਣਦਾ। ਆਪਣੇ ਆਪ ਨੂੰ ਜਿੰਨਾ ਮਰਜ਼ੀ ਉਹ ਧਰਮੀ ਬਣਾਈ ਜਾਏ। ਮੈਂ ਲੰਗਰ ਲਗਾਤੇ ਨੇ, ਮੈਂ ਫਲਾਣਾ ਦਾਨ ਕਰਤਾ, ਮੈਂ ਸੋਨੇ ਦਾ ਕਲਸ਼ ਲਵਾਤਾ, ਮੇਰੇ ਤੋਂ ਵੱਡਾ ਧਰਮੀ ਕਿਉਂ ਹੋਏਗਾ? ਮੈਂ ਐਡਾ ਵੱਡਾ ਮੰਦਿਰ ਬਣਾਤਾ, ਇੰਨਾ ਵੱਡਾ ਗੁਰਦੁਆਰਾ ਬਣਾਤਾ, ਇਹ ਗੁਰਦੁਆਰਾ ਮੈਂ ਬਣਾਇਆ ਜੀ। ਉਹ ਆਪਣੇ ਆਪ ਨੂੰ ਭਾਵੇਂ ਇਹੀ ਸਮਝਦਾ ਕਿ ਮੇਰੇ ਤੋਂ ਵੱਡਾ ਧਰਮੀ ਹੋ ਹੀ ਨਹੀਂ ਸਕਦਾ। ਪਰ ਗੁਰਬਾਣੀ ਕਹਿੰਦੀ ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ, ਧਰਮ ਨੂੰ ਜਾਣਦਾ ਹੀ ਨਹੀਂ। ਸੋ ਧਰਮ ਦੇ ਨਾਲ ਸੰਬੰਧ ਜਿਹੜਾ ਨਾ ਉਹ ਤਾਂ ਹੀ ਜੁੜਦਾ ਜੇ ਮੰਨ ਲਵੇ। ਤੇ ਜਿਸ ਟਾਈਮ ਮੰਨਣਾ ਸ਼ੁਰੂ ਕਰਦਾ ਨਾ, ਉਸ ਟਾਈਮ ਸਮਝੋ ਕਿ ਐਕਚੁਅਲ ਸਹੀ ਢੰਗ ਦੇ ਨਾਲ ਧਰਮ ਦੇ ਨਾਲ ਸੰਬੰਧ ਜੁੜਨਾ ਸ਼ੁਰੂ ਹੋਇਆ। ਅਗਲੀ ਪੌੜੀ ਵੀ ਅਸੀਂ ਕਰ ਸਕਦੇ ਹਾਂ ਅਗਰ ਦੋ ਤੇ, ਕਿਉਂਕਿ ਸਮਾਂ ਸਾਡੇ ਕੋਲ ਹੈਗਾ। ਮੰਨੈ ਪਾਵੈ ਮੋਖ ਦੁਆਰ। ਦੁਆਰ ਮੋਖ ਦਾ, ਦੁਆਰ ਦਾ ਜਿਹੜਾ ਨਾ, ਇਹ ਵੀ ਬੜੀ ਵੱਡੀ ਜਿਹੜੀ ਹੈ ਭੁਲੇਖਾ
ਜਿਹੜਾ ਧਰਮ ਦੀ ਦੁਨੀਆ ਦੇ ਵਿੱਚ ਅੱਜ ਇਸ ਪਾਸੇ ਪਿਆ ਹੋਇਆ, ਜਿਹੜੇ ਇਸ ਪਾਸੇ ਜਾਂਦੇ ਨੇ, ਕਿਉਂਕਿ ਉਹ ਮੰਨਣ ਦੇ ਨਾਲ ਉਸ ਧਰਮ ਦੇ ਮੋਖ ਦੇ ਦੁਆਰ ਤੇ ਪਹੁੰਚ ਜਾਂਦਾ। ਦੁਆਰ ਦਾ ਮਤਲਬ ਜਦ ਦੁਆਰ ਜਦੋਂ ਪਹੁੰਚਦਾ ਨਾ, ਤਾਂ ਅਗਲਾ ਸਟੈਪ ਜਿਹੜਾ ਨਾ ਘਰ ਦੇ ਅੰਦਰ ਦਾ ਹੁੰਦਾ, ਉਸ ਮੋਖ ਦੇ ਦੁਆਰ। ਜੇ ਸਾਰੀ ਗੱਲ ਮਰਨ ਤੋਂ ਬਾਅਦ ਦੀ ਹੋਏ ਨਾ, ਤੇ ਜੀਵਨ ਮੁਕਤ ਦੀ ਗੱਲ ਹੋਏ ਨਾ ਗੁਰਬਾਣੀ ਦੇ ਵਿੱਚ, ਸਿਰਫ ਜਿੰਦਿਆਂ ਜੀ ਮੰਨਣ ਦੀ ਗੱਲ ਕੀਤੀ ਹੈ। ਜਿੰਦਿਆਂ ਜੀ ਜਿਹਨੇ ਮੰਨਿਆ ਪਾਵੈ, ਜਿਹਨੇ ਮੰਨ ਲਿਆ ਉਸੇ ਟਾਈਮ ਪਾ ਲੈਂਦਾ ਮੋਖ ਦਾ, ਉਹ ਮੋਖ ਦਾ ਦੁਆਰ, ਉਹ ਦੁਆਰ ਤੇ ਪਹੁੰਚ ਜਾਂਦਾ। ਮੰਨੈ ਪਰਵਾਰੇ ਸਾਧਾਰ, ਪਰਵਾਰੇ ਸਾਧਾਰ ਵੀ ਭਾਵ ਉਹ ਪੂਰਾ ਪਰਿਵਾਰ, ਪੂਰੇ। ਸਾਡਾ ਨਾ ਇੱਕ ਸ਼ਬਦ ਤੁਸੀਂ ਅਗਰ ਪੜ੍ਹੋ ਕਿ ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹ ਵਿਸੇਕ, ਉਸ ਸ਼ਬਦ ਦੇ ਵਿੱਚ ਪੂਰੇ ਪਰਿਵਾਰ ਦੀ ਗੱਲ ਕੀਤੀ ਹੈ। ਸੱਸ ਸਹੁਰਾ, ਮਾਂ ਪਿਓ, ਭੈਣ ਭਰਾ, ਜੇਠ ਜਠਾਣੀ, ਸਾਰੀ ਗੱਲ ਕੀਤੀ ਹੈ ਕਿ ਮੇਰੇ ਕੌਣ ਕੌਣ ਕਿਸ ਤਰ੍ਹਾਂ ਹੈਗੇ ਨੇ, ਕਿਸ ਤਰ੍ਹਾਂ ਦੇ ਚਾਹੀਦੇ ਨੇ। ਇੱਕ ਤੇ ਦੁਨਿਆਵੀ ਨੇ, ਇੱਕ ਆਪਣੇ ਅੰਦਰ ਦੇ ਕਿਸ ਤਰ੍ਹਾਂ ਦੇ, ਮੈਨੂੰ ਮਤ ਕਿਹੜੀ ਹੈ। ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹ ਵਿਸੇਕ, ਵਿਸੇਕ ਭਾਵ ਹੁੰਦਾ ਵਿਸ਼ੇਸ਼, ਖਾਸ। ਸਤ ਜਿਹੜਾ ਤੇਰੇ ਨਾਲ ਰਹੇ, ਤੇਰੀ ਬਾਹਾਂ, ਤੇਰੀ ਸ਼ਕਤੀ ਬਣੇ। ਸੋ ਉਹ ਸਾਰਾ ਪਰਿਵਾਰ ਜਿਹੜਾ ਮੰਨਣਾ, ਪਰ ਉਹ ਸਾਧਾਰ ਹੁੰਦਾ, ਆਧਾਰ ਹੁੰਦਾ। ਇੱਕ ਆਧਾਰ ਦੇ ਨਾਲ, ਆਧਾਰ ਜਿਹਨੂੰ ਮਿਲ ਜਾਂਦਾ ਨਾ, ਉਹਦੇ ਅੱਗੇ ਸੱਸਾ ਲੱਗ ਜਾਂਦਾ, ਸਾਧਾਰ। ਆਧਾਰ ਦੇ ਸਹਿਤ ਸਾਧਾਰ, ਸਾਰੇ ਪਰਿਵਾਰ ਨੂੰ ਭਾਵ ਪੂਰੇ ਸਰੀਰ ਨੂੰ, ਪੂਰੇ ਅੰਗਾਂ ਨੂੰ ਆਧਾਰ ਮਿਲ ਜਾਂਦਾ। ਮੰਨੇ ਪਰਵਾਰੇ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ। ਹੁਣ ਇੱਥੇ ਪਹਿਲੇ ਲਫ਼ਜ਼ ਦੀ ਜਗ੍ਹਾ ਤਰੈ ਦੁਲਾਵਾਂ ਲੱਗੀ ਹੋਈਆਂ। ਜਿਹੜਾ ਮੰਨਦਾ ਹੈ ਤਰੈ, ਤਰ ਜਾਂਦਾ, ਤਰਦਾ। ਤਾਰੈ ਗੁਰ ਸਿੱਖ, ਉਹ ਗੁਰ ਜਿਹੜਾ ਨਾ ਉਹ ਤਾਰਦਾ, ਉਹ ਗੁਰ ਜਿਹੜਾ ਹੈ ਉਹ ਸਿੱਖ ਨੂੰ ਤਾਰਦਾ। ਮੰਨੈ ਤਾਰੇ ਤਾਰੇ ਗੁਰਸਿੱਖ, ਮੰਨੈ ਨਾਨਕ ਭਾਵੈ ਨਾ ਭਿਖ। ਦਰ ਤੇ ਜਿਹੜੀਆਂ ਬੰਦਾ ਭਿੱਖਾ ਮੰਗਣ ਦੇ, ਅਸੀਂ ਦੇਖੋ ਅਸੀਂ ਪੀੜੀ ਪਹਿਲੇ ਗੱਲ ਕੀਤੀ ਨਾ ਕਿ ਮੰਨੈ ਪਤ ਸਿਓ ਪ੍ਰਗਟ ਜਾਏ। ਸਭ ਤੋਂ ਜ਼ਿਆਦਾ ਜਿਹੜੀ ਭਿੱਖ ਜਿਹੜੀ ਹੈ ਨਾ ਇਨਸਾਨ ਨੂੰ, ਉਹ ਇਹੀ ਹੁੰਦੀ ਹੈ ਕਿ ਇੱਜ਼ਤ ਦੀ। ਹਰ ਬੰਦਾ ਹੀ, ਕੋਈ ਆਮ ਜਿਹੜੀਆਂ ਅਸੀਂ ਕਈ ਵਾਰੀ ਮੈਂ ਸੁਣਿਆ ਘਰ ਦੀਆਂ ਔਰਤਾਂ ਜਿਹੜੀਆਂ ਖਾਸ ਤੌਰ 'ਤੇ ਕਹਿੰਦੇ ਜਿੰਨਾ ਮਰਜ਼ੀ ਮੇਰੇ ਕੋਲ ਕੰਮ ਕਰਾ ਲਓ, ਜੋ ਮਰਜ਼ੀ ਮੇਰੇ ਕੋਲ ਸਵੇਰ ਤੋਂ ਲੈ ਕੇ ਰਾਤ ਤੱਕ ਲੱਗੀ ਰਹਾਂਗੀ, ਇਹ ਘੱਟੋ ਘੱਟ ਪਿਆਰ ਨਾਲ ਮੇਰੇ ਨਾਲ ਬੋਲੇ ਤਾਂ ਸਹੀ, ਕੋਈ ਮੇਰੀ ਇੱਜ਼ਤ ਤਾਂ ਕਰੋ ਘਰ ਦੇ ਵਿੱਚ। ਇਹ ਆਮ ਜਿਹੜੀ ਘਰ ਦੀਆਂ ਲੇਡੀਜ਼ ਦੀ ਸ਼ਿਕਾਇਤ ਹੈਗੀ ਹੈ ਕਿ ਮੇਰੀ ਇੱਜ਼ਤ ਹੀ ਕੋਈ ਨਹੀਂ ਕਰਦਾ। ਕੰਮ ਕਰਨ ਨੂੰ ਤਿਆਰ ਹਾਂ, ਸਭ ਕੁਛ ਮੈਂ ਹਰ ਤਰੀਕੇ ਨਾਲ, ਮਤਲਬ ਜਿਸ ਤਰੀਕੇ ਨਾਲ ਸਾਰੀ ਜ਼ਿੰਦਗੀ ਲਾਉਣ ਨੂੰ ਤਿਆਰ ਹਾਂ। ਔਰ ਆਮ ਬੰਦਾ ਵੀ, ਹਰ ਬੰਦਾ ਭਾਵੇਂ ਵੱਡਾ ਹੈ, ਉਹ ਛੋਟਾ ਹੈ, ਵੱਡਾ ਬੱਚਾ ਬਜ਼ੁਰਗ, ਜਿਹੜੀ ਵੀ, ਉਹਨੂੰ ਇਹੀ ਹੁੰਦਾ ਜੀ ਮੇਰੀ ਬਸ ਇੱਜ਼ਤ ਹੋਏ। ਉਹ ਭਿੱਖ ਮੰਗਣ ਹਰ ਜਗ੍ਹਾ, ਪਰ ਇਹ ਮੰਗਣ ਦੇ ਨਾਲ ਨਹੀਂ ਹੁੰਦੀ। ਤੁਸੀਂ ਕਹਿੰਦੇ ਰਹੋ ਕਿ ਅਸੀਂ ਮੇਰੀ ਇੱਜ਼ਤ ਕਰੋ, ਇੱਜ਼ਤ, ਉਹ ਜਦ ਤੱਕ ਤੁਸੀਂ ਉਹ ਮੰਨ ਕੇ ਉਸ ਰੱਬੀ ਨਿਯਮ ਤੇ ਤੁਰਨਾ ਜਦੋਂ ਸ਼ੁਰੂ ਕਰਦਾ ਨਾ, ਉਹਨੂੰ ਕਿਸੇ ਭਿੱਖਿਆ ਮੰਗਣ ਦੀ ਵੀ ਲੋੜ ਨਹੀਂ ਪੈਂਦੀ ਕਿਤੇ। ਐਸਾ ਨਾਮ ਨਰਿੰਜਨ ਹੋਏ, ਜੇ ਕੋ ਮਨ ਜਾਣਾ ਮਨ ਕੋਏ। ਬਸ ਸਭ ਤੋਂ ਵੱਡੀ ਗੱਲ ਜਿਹੜੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਾਨੂੰ ਚਲਦੀ ਰਹੀ ਹੈ, ਮੇਰੇ ਖਿਆਲ ਹੈ ਆਖਰੀ ਮੰਨਿਆ ਦੀ ਪੌੜੀ ਹੈ। ਇਸ ਤੋਂ ਬਾਅਦ ਅਸੀਂ ਅਗਲੇ ਜਿਹੜੇ ਪੜਾਅ 'ਤੇ ਅਸੀਂ ਜਾਵਾਂਗੇ, ਅਤੇ ਸਾਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਅਸੀਂ ਜਪਜੀ ਸਾਹਿਬ ਨੂੰ, ਜਦੋਂ ਮੈਂ ਸ਼ੁਰੂਆਤ ਕੀਤੀ ਤਾਂ ਪਹਿਲੇ ਮੈਂ ਸਾਰੀ ਇਸੀ ਗੱਲ ਦੇ ਉੱਤੇ ਸਟੱਡੀ ਕੀਤੀ ਕਿ ਕਿਆ ਅਸੀਂ ਇਸ ਪੰਕਤੀ ਉੱਤੇ ਦ੍ਰਿੜ ਰਹਿ ਸਕਦੇ ਹਾਂ, ਕਿਤੇ ਨਾ ਕਿਤੇ ਥੜਕਣ ਦੀ ਗੱਲ। ਔਰ ਮੈਨੂੰ ਪੂਰਾ ਯਕੀਨ ਆਇਆ ਜਦੋਂ ਕਿ ਜਦ ਤੱਕ ਅਸੀਂ ਹੁਕਮ ਨੂੰ, ਅਸੀਂ ਉਸ ਪੰਕਤੀ ਨੂੰ ਲੈ ਕੇ ਚੱਲਾਂਗੇ ਨਾ, ਜਿਹੜੀ ਅਸੀਂ ਪਹਿਲੇ ਗੱਲ ਕੀਤੀ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਉਸ ਪੰਕਤੀ ਨੂੰ ਆਧਾਰ ਬਣਾ ਕੇ ਪੂਰਾ ਜਪਜੀ ਸਾਹਿਬ ਜਿਹੜਾ ਹੈ, ਪੂਰਾ ਜਪਜੀ ਸਾਹਿਬ ਕੀ ਮੈਨੂੰ ਲੱਗਦਾ ਪੂਰੀ ਬਾਣੀ ਹੀ ਸਾਨੂੰ ਇਸ ਪੰਕਤੀ ਦੇ ਆਧਾਰ 'ਤੇ ਅਸੀਂ ਸਮਝਣਾ ਚਾਹੀਏ ਨਾ, ਤੇ ਅਸੀਂ ਸਮਝ ਸਕਦੇ ਹਾਂ। ਔਰ ਬੜਾ ਸੌਖੇ ਢੰਗ ਨਾਲ ਸਮਝ ਸਕਦੇ ਹਾਂ। ਕਿਤੇ ਵੀ ਸਾਨੂੰ ਕਿਤੇ ਵੀ ਦੁਚਿੱਤੀ ਡੁਐਲਿਟੀ ਵਾਲੀ ਗੱਲ ਨਹੀਂ ਆਉਂਦੀ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ, ਸਾਰੀ ਗੁਰਬਾਣੀ ਸਾਨੂੰ ਉਸ ਹੁਕਮ ਦੇ ਨਾਲ ਹੀ ਜੋੜਦੀ ਹੈ। ਉਸ ਰੱਬੀ ਹੁਕਮ, ਜਿਸ ਦਿਨ ਉਸ ਹੁਕਮ ਦੀ, ਰੱਬੀ ਨਿਯਮ ਦੀ, ਉਸ ਕੁਦਰਤ ਦੇ ਨਿਯਮਾਂ ਦੀ, ਉਸ ਲਾਜ਼ ਆਫ ਨੇਚਰ ਦੀ ਸਮਝ ਆ ਗਈ, ਸਾਡਾ ਮਨ ਵੀ ਕੰਟਰੋਲ 'ਚ ਆਉਂਦਾ, ਮਨ ਵੀ ਸ਼ਾਂਤ ਹੁੰਦਾ, ਮਨ ਵਿੱਚ ਠਹਿਰਾਵ ਆਉਂਦਾ, ਸਾਡਾ ਸਰੀਰ ਵੀ ਠੀਕ ਹੁੰਦਾ।
ਕੁਦਰਤ ਦਾ ਨਿਯਮ ਨੂੰ ਫਾਲੋ ਕਰੋ ਤਾਂ ਆਪਣੇ ਸਰੀਰ ਨਾਲ ਵੀ ਅਸੀਂ ਠੀਕ ਕਰ ਸਕਦੇ ਹਾਂ। ਕੁਦਰਤ ਦੇ ਨਿਯਮ ਨੂੰ ਅਸੀਂ ਫਾਲੋ ਕਰੀਏ, ਅਸੀਂ ਮਨ ਨੂੰ ਵੀ ਠੀਕ ਕਰ ਸਕਦੇ ਹਾਂ। ਕੁਦਰਤ ਦੇ ਨਿਯਮ ਨੂੰ ਫਾਲੋ ਕਰੀਏ, ਅਸੀਂ ਆਲਾ ਦੁਆਲਾ ਸਭ ਕੁਝ ਅਸੀਂ ਉਸ ਢੰਗ ਦੇ ਨਾਲ ਅਸੀਂ ਵਰਤਾਰਾ ਵਰਤ ਸਕਦੇ ਹਾਂ ਜਿਸ ਢੰਗ ਦੇ ਨਾਲ ਸਾਨੂੰ ਸਹੀ ਧਰਮ ਸਾਨੂੰ ਸਮਝਾਉਂਦਾ ਹੈ। ਸੋ ਅਗਲੇ ਵਾਰੀ 'ਚ ਅਸੀਂ ਇਸ ਤੋਂ ਅਗਲੀਆਂ ਜਿਹੜੀਆਂ ਪੌੜੀਆਂ ਉਹਦੇ ਵਿਚਾਰ ਕਰਾਂਗੇ। ਅੱਜ ਵਾਸਤੇ ਇੰਨਾ ਹੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।